ਕਲੋਨੀਆਂ ਗੈਰ ਕਾਨੂੰਨੀ ਨੇ, ਸਰਕਾਰ ਨੂੰ ਵੀ ਦਿਖਦੀਆਂ ਨੇ। ਚਲੋ ਅਧਿਕਾਰੀ ਮੰਨ ਲੱਗਦੇ ਆ ਵੀ ਕਰਪਸ਼ਨ ਕਰਦੇ ਨੇ, ਪੈਸੇ ਲੈ ਲੈਂਦੇ ਨੇ, ਉਹ ਕਰਵਾ ਦਿੰਦੇ ਨੇ, ਪਰ ਕਿ ਲੱਗਦਾ ਨਹੀਂ ਕਿ ਸਰਕਾਰ ਨੂੰ ਵੀ ਇੱਥੇ ਜਿਹੜਾ ਵਾ ਇੱਕ ਸਖਤ ਐਕਸ਼ਨ ਲੈਣਾ ਚਾਹੀਦਾ, ਜਿਹੜੇ ਕਿ ਇਹ ਲੋਕਾਂ ਦੇ ਉੱਤੇ FIR ਦਰਜ ਹੋਣੀਆਂ ਚਾਹੀਦੀਆਂ ਨੇ, ਤਾਂ ਜੋ ਕਿ ਇਹ ਦੁਬਾਰੇ ਇਹੋ ਜਿਹਾ ਕੰਮ ਹੀ ਨਾ ਕਰਨ। ਅਫਸਰ ਹੀ ਜਦੋਂ ਬੇਈਮਾਨ ਹੋ ਜਾਣ ਤਾਂ ਸਰਕਾਰ ਨੂੰ ਕੀ ਪਤਾ ਲੱਗੇਗਾ। ਜਿਹੜੇ ਸਾਡੇ ਨੁਮਾਇੰਦੇ ਚੁਣੇ ਹੋਏ ਹੁੰਦੇ ਨੇ ਉਹ ਵੀ ਅੱਖਾਂ ਮੀਚਣ ਦੇ ਪੈਸੇ ਲੈ ਲੈਂਦੇ ਨੇ। ਜੇ ਮੁਹੱਲੇ ਦੀ ਕਿਸੇ ਗਲੀ ਦੇ ਵਿੱਚ ਇੱਕ ਬਿਲਡਿੰਗ ਦੇ ਲਈ 100 ਇੱਟਾਂ ਵੀ ਲਗਾਉਣੀਆਂ ਹੋਣ ਨਾ, ਉਹ ਵੀ ਪੀਐਨ ਆ ਕੇ ਕਹਿੰਦਾ ਕਿ ਹਾਂ ਬਈ ਤੂੰ ਨਵਾਂ ਮਕਾਨ ਬਣਾਉਣ ਲੱਗਿਆ ਔਰ ਇੰਨੇ ਨੰਬਰ ਕਮਰੇ ਦੇ ਵਿੱਚ ਆ ਕੇ ਮਿਲ। ਔਰ ਜੇਕਰ ਇੱਕ ਕਮਰਾ ਤੱਕ ਵੀ ਇਹਨਾਂ ਦੀ ਨਜ਼ਰਾਂ ਤੋਂ ਪਰੇ ਨਹੀਂ ਹੁੰਦਾ, ਇਹਨਾਂ ਤੋਂ ਛੁਪਿਆ ਹੋਇਆ ਨਹੀਂ, ਇਹ ਤਾਂ ਕਲੋਨੀਆਂ ਬਣਦੀਆਂ ਨੇ। ਲੋਕ ਤਾਂ ਚਾਹੁੰਦੇ ਸੀਗੇ ਵੀ ਚਲੋ ਸਰਕਾਰ ਬਦਲਾਂਗੇ, ਨਵੇਂ ਲੋਕ ਹੋਣਗੇ ਜਾਂ ਨਵੇਂ ਵਿਧਾਇਕ ਹੋਣਗੇ, ਉਹ ਸਾਡਾ ਜਿਹੜਾ ਮਸਲੇ ਹੱਲ ਕਰਨਗੇ, ਪਰ ਲੱਗਦਾ ਨਹੀਂ ਕਿ ਜਿਹੜੇ ਪਿਛਲੇ ਸਰਕਾਰਾਂ ਨੇ ਜੋ ਕੀਤਾ, ਨਵੀਆਂ ਸਰਕਾਰਾਂ ਵੀ ਫਿਰ ਉਸੇ ਰਸਤੇ ਤੁਰ ਪੈਂਦੀਆਂ ਨੇ, ਕਿਉਂਕਿ ਪੈਸੇ ਦੀ ਪਾਵਰ ਹੀ ਇੰਨੀ। ਪੋਲੀਟੀਸ਼ੀਅਨ 5-10% ਕੇਸਾਂ ਦੇ ਵਿੱਚ ਇਨਵੋਲਵ ਹੁੰਦਾ ਹੈ, ਜਿਹੜਾ ਕਿ ਆਪਦੇ ਕਰਕੇ ਗਲਤ ਕੰਮ ਕਰਵਾਉਂਦਾ। 90% ਦੇ ਵਿੱਚ ਜਿਹੜੀ ਹੁੰਦੀ ਆ ਬਿਊਰੋਕ੍ਰੇਸੀ ਇਨਵੋਲਵ ਹੁੰਦੀ ਹੈ। ਜਿਹੜੀ ਕਲੋਨੀ ਦੇ ਵਿੱਚ ਕਾਰਵਾਈ ਹੋਈ ਹੈ, ਕੀ ਅੱਜ ਉਹ ਕਲੋਨੀ ਡਿਵੈਲਪ ਨਹੀਂ ਹੋਈ? ਅੱਜ ਜਿਹੜੀ ਕਲੋਨੀ ਦੇ ਵਿੱਚ ਲੁਧਿਆਣੇ ਦੇ ਵਿੱਚ ਦੇਖਿਆ ਕਿ ਇੱਕ ਵਾਰੀ ਫਾਰਮੈਲਿਟੀ ਦੇ ਤੌਰ 'ਤੇ ਕਾਰਵਾਈ ਹੋ ਜਾਵੇ, ਉਹ ਸਾਲ 6 ਮਹੀਨੇ ਨੂੰ ਦੁਬਾਰਾ ਡਿਵੈਲਪ ਹੋਣੀ ਹੀ ਹੋਣੀ ਹੈ। ਜਿਹੜੀ ਬਿਲਡਿੰਗ ਢਾਹੀ ਜਾਵੇ ਉਹ ਸਾਲ 6 ਮਹੀਨੇ ਬਾਅਦ ਨਵੀਂ ਉੱਥੇ ਉਸੇ ਜਗ੍ਹਾ ਦੇ ਉੱਤੇ ਬਣ ਹੀ ਜਾਣੀ ਹੈ। ਫਿਰ ਕਿਵੇਂ ਬਣ ਜਾਂਦੀ ਹੈ ਜੀ? ਕਾਰਵਾਈ ਕਰਨ ਵਾਲੇ ਤੇ ਕਰਵਾਉਣ ਵਾਲੇ ਮੁੜ ਕੇ ਫਿਰ ਅੱਖਾਂ 'ਚ ਪੱਟੀ ਕਿਵੇਂ ਬੰਨ੍ਹੀ ਜਾਂਦੀ ਹੈ? ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਅੱਖੀ ਘੱਟਾ ਪਾਇਆ ਜਾਂਦਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਕੰਮ ਚੱਲ ਰਿਹਾ ਵਾ। ਲੋਹ ਲੰਗਰ ਦੀ ਜ਼ਮੀਨ ਵੇਚਣ ਵਾਲੇ ਅਸੀਂ ਡੰਕੇ ਦੀ ਚੋਟ 'ਤੇ ਕਹਿੰਦੇ ਹਾਂ ਕਿ ਉਹ ਠੱਗ ਨੇ, ਮੋਹਤਬਰ ਨਹੀਂ। ਇਹ ਅੱਖਾਂ ਖੋਲ੍ਹਣ ਸਿਆਸਤਦਾਨ ਕਿ ਜਿਨ੍ਹਾਂ ਨੂੰ ਮੋਹਤਬਰ ਬਣਾ ਕੇ ਆਪਦੇ ਨਾਲ ਤੋਰੀ ਫਿਰਦੇ ਨੇ ਜੀ। ਸਾਰੇ ਪੰਜਾਬ ਨੇ ਇੱਕ ਕ੍ਰਾਂਤੀਕਾਰੀ ਫੈਸਲਾ ਲੈ ਕੇ ਇੱਕ ਫੈਸਲਾ ਲਿਆ ਕਿ ਨਵਿਆਂ ਨੂੰ ਵੋਟਾਂ ਦੇਵਾਂਗੇ, ਪਰ ਨਵੇਂ ਉਦੋਂ ਵੀ ਮਾੜਾ ਪਰਫਾਰਮੈਂਸ ਕਰ ਰਹੇ ਨੇ ਗਰਾਊਂਡ ਦੇ ਉੱਤੇ। ਚੰਡੀਗੜ੍ਹ ਬੈਠਿਆਂ ਦੀ ਮਨਸ਼ਾ ਬਹੁਤ ਵਧੀਆ ਹੈਗੀ ਹੈ ਔਰ ਹੋ ਵੀ ਸਕਦੀ ਹੈ, ਅਤੇ ਮੰਨ ਵੀ ਲੈਂਦੇ ਹਾਂ ਕਿ ਵਧੀਆ ਹੋਊਗੀ, ਪਰ ਜ਼ਿਲ੍ਹਾ ਲੈਵਲ 'ਤੇ ਜਾਂ ਵਿਧਾਨ ਸਭਾ ਲੈਵਲ 'ਤੇ ਬਹੁਤ ਗੰਦ ਪੈ ਰਿਹਾ ਹੈ, ਬਹੁਤ ਨਿਰਾਸ਼ਾ ਹੋ ਰਹੀ ਹੈ, ਔਰ ਜੋ ਹੋ ਰਿਹਾ ਉਹ ਸੋਚਿਆ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਨੀਰਜ। ਲੁਧਿਆਣੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਡਿਵੈਲਪਮੈਂਟ ਦੀ, ਡਿਵੈਲਪਮੈਂਟ ਤਾਂ ਬਹੁਤ ਹੋ ਰਹੀ ਹੈ, ਪਰ ਜਿਹੜੇ ਪ੍ਰਵਾਸੀ ਲੋਕ ਨੇ ਜਾਂ ਸਾਡੇ ਪੰਜਾਬ ਦੇ ਵਸਿੰਦੇ ਨੇ, ਕਿਤੇ ਨਾ ਕਿਤੇ ਜਿਹੜੀਆਂ ਇਲੀਗਲ ਕਲੋਨੀਆਂ ਕੱਟੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਫਸ ਕੇ ਜੇ ਰਹਿ ਗਏ ਨੇ। ਇੱਕ ਪਾਸੇ ਤਾਂ ਉਹ ਆਪਣੇ ਖੂਨ ਪਸੀਨੇ ਦੀ, ਦਿਨ ਰਾਤ ਦੀ ਜਿਹੜੀ ਮਿਹਨਤ ਨਾਲ ਪੈਸਾ ਕਮਾਇਆ ਹੋਇਆ ਹੁੰਦਾ, ਜਦੋਂ ਕਲੋਨੀਆਂ ਦੇ ਵਿੱਚ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਆਪਣੇ ਘਰ ਦਾ ਜਿਹੜਾ ਸੁਪਨਾ ਉਹਨਾਂ ਨੇ ਦੇਖਿਆ ਹੁੰਦਾ ਵੀ ਅਸੀਂ ਇੱਕ ਘਰ ਬਣਾਵਾਂਗੇ, ਤਾਂ ਜਦੋਂ ਉਹ ਪਲਾਟ ਲੈਂਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਜਿਹੜਾ NOC ਦੀਆਂ ਦਾ ਰੌਲਾ ਵਾ ਜਿਹੜਾ, ਜਾਂ ਜਿਹੜੀਆਂ ਕਲੋਨੀਆਂ ਕਲੋਨਾਈਜ਼ਰ ਅਪਰੂਵਡ ਨਹੀਂ ਕਰਾਉਂਦੇ, ਤਾਂ ਕਿਤੇ ਨਾ ਕਿਤੇ ਉਹ ਪ੍ਰਵਾਸੀ ਲੋਕਾਂ ਦਾ ਜਿਹੜਾ ਪੈਸਾ ਵਾ ਜਾਂ ਸਾਡੇ ਪੰਜਾਬੀਆਂ ਦਾ ਜਿਹੜਾ ਪੈਸਾ ਉਹ ਫਸ ਕੇ ਰਹਿ ਜਾਂਦਾ, ਪਰ ਉਹਦੇ 'ਤੇ ਕੋਈ ਸੁਣਵਾਈ ਵੀ ਕਰਨ ਵਾਲਾ ਨਹੀਂ। ਸਾਡੇ ਨਾਲ ਨੇ RTI ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਇੱਦਾਂ ਦੇ ਜਿਹੜੇ ਮੁੱਦੇ ਨੇ ਉਹ ਚੱਕਦੇ ਰਹਿੰਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਕਹੋਗੇ ਲੁਧਿਆਣੇ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ, ਇਹਨਾਂ ਦੇ ਵਿੱਚ ਜ਼ਿਆਦਾ ਤੋਂ ਉੱਤੇ ਜਿਹੜੇ ਪ੍ਰਵਾਸੀ ਮਕਾਨ ਲੈਂਦੇ ਨੇ, ਕਿਉਂਕਿ 50-50 ਗਜ਼ ਦੇ, 100-100 ਗਜ਼ ਦੇ, 60-60 ਗਜ਼ ਦੇ ਲੈ ਰਹੇ ਨੇ, ਪਰ ਜਿਹੜੇ ਇਹ ਕਲੋਨਾਈਜ਼ਰ ਨੇ ਨਾ ਤਾਂ ਇਹ ਅਪਰੂਵਡ ਕਰਾਉਂਦੇ ਨੇ, ਉਸ ਤੋਂ ਬਾਅਦ ਨਾ ਤਾਂ ਉਹਨਾਂ ਨੂੰ NOC ਦੇ ਵਿੱਚ ਨਾ ਤਾਂ ਉਹਨਾਂ ਦੇ ਮੀਟਰ ਲੱਗਦੇ ਨੇ, ਨਾ ਪਾਣੀ ਦੇ ਕਨੈਕਸ਼ਨ ਮਿਲਦੇ ਨੇ। ਕੀ ਕਹੋਗੇ ਵੀ ਇਹਨਾਂ ਨੂੰ, ਤੁਸੀਂ RTI ਐਕਟਿਵਿਸਟ ਹੋ, ਤੁਸੀਂ ਇਹਨੂੰ ਲੰਬਾ ਸਮੇਂ ਤੋਂ ਤੁਸੀਂ ਇਹਦੇ ਵਿੱਚ ਵਿਚਰੇ ਹੋਏ ਹੋ, ਕੀ ਲੱਗਦਾ ਕਿ ਇਹ ਕਿਉਂ ਕਰਦੇ ਨੇ ਇੱਦਾਂ? ਕਿਉਂ ਲੋਕਾਂ ਦੇ ਜਿਹੜੇ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਆ ਉਹਨੂੰ ਬਰਬਾਦ ਕਰਨ ਲੱਗੇ ਹੋਏ ਨੇ? ਇਹ ਜੀ ਜਿਹੜਾ ਆਹ ਇਲੀਗਲ ਕਲੋਨੀਆਂ ਦਾ ਹੈਗਾ, ਇਲੀਗਲ ਇਸ ਕਰਕੇ ਆਪਾਂ ਵਰਡ ਯੂਜ਼ ਕਰਦੇ ਹਾਂ ਜਿਹਨੂੰ ਗੈਰ ਕਾਨੂੰਨੀ ਕਹਿੰਦੇ ਆ, ਕਿਉਂਕਿ ਇਹ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਕਿਤੇ ਵੀ ਕੋਈ ਟੈਕਸ ਨਹੀਂ ਅਦਾ ਕੀਤਾ ਹੁੰਦਾ। ਕਲੋਨੀ ਡਿਵੈਲਪ ਕਰਨ ਤੋਂ ਪਹਿਲਾਂ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੋਇਆ ਹੈ, ਪਾਪਰਾ ਐਕਟ ਦੇ ਅੰਡਰ ਜਿਹੜੇ ਨੋਰਮਸ ਹੈਗੇ ਨੇ ਸੈੱਟ ਕੀਤੇ ਹੋਏ,
ਉਹਨਾਂ ਨੂੰ ਪੂਰਾ ਕਰਕੇ ਔਰ ਸਰਕਾਰ ਦੀਆਂ ਫੀਸਾਂ ਅਦਾ ਕਰਨ ਤੋਂ ਬਾਅਦ ਕੋਈ ਵੀ ਕਲੋਨੀ ਡਿਵੈਲਪ ਕੀਤੀ ਜਾ ਸਕਦੀ ਹੈ। ਜਿਹੜੇ ਗੈਰ ਕਾਨੂੰਨੀ ਕਲੋਨੀਆਂ ਡਿਵੈਲਪ ਕਰਨ ਵਾਲੇ ਡਿਵੈਲਪਰ ਹੁੰਦੇ ਨੇ, ਉਹ ਕੀ ਕਰਦੇ ਨੇ ਕਿ ਨਾ ਤਾਂ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਔਰ ਨਾ ਸਰਕਾਰ ਨੂੰ ਕੋਈ ਰੈਵਨਿਊ ਦਿੰਦੇ ਨੇ। ਇਹਦੇ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੁੰਦਾ ਹੈ ਪਹਿਲੀ ਨੰਬਰ 'ਤੇ। ਨੰਬਰ 2 'ਤੇ ਜਿਹੜੇ ਬੰਦੇ ਉਸ ਕਲੋਨੀ ਦੇ ਵਿੱਚ ਪਲਾਟ ਲੈ ਲੈਂਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਮਕਾਨ ਬਣਾਉਂਦੇ ਨੇ, ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਉਹ ਸਹੂਲਤਾਂ ਨਹੀਂ ਮਿਲਦੀਆਂ। ਚਾਹੇ ਬਿਜਲੀ ਪਾਣੀ ਜਾਂ ਬਿਜਲੀ ਦੇ ਕਨੈਕਸ਼ਨ ਦਵਾ ਦਿੰਦੇ ਨੇ, ਕਿਉਂਕਿ ਇਹ ਜਿਹੜੇ ਹੁੰਦੇ ਨੇ ਟੇਬਲ ਦੇ ਥੱਲੇ ਦੀ ਵਾਲਾ ਸਿਸਟਮ ਜਾਣਦੇ ਹੁੰਦੇ ਨੇ। ਇਸੇ ਕਰਕੇ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਹੁੰਦੇ ਨੇ ਉਹ ਵੀ ਅੱਖਾਂ ਮੀਚ ਲੈਂਦੇ ਨੇ, ਕਿਉਂਕਿ ਇਹ ਉਹਨਾਂ ਨੂੰ ਵੀ ਬਿਹਾਈਂਡ ਦੀ ਟੇਬਲ ਮਿਲ ਲੈਂਦੇ ਨੇ ਔਰ ਕਾਰਪੋਰੇਸ਼ਨ ਦੇ ਵਿੱਚੋਂ ਅੱਖਾਂ ਮੀਚਣ ਕਰਕੇ ਉੱਧਰੋਂ ਬਿਜਲੀ ਬੋਰਡ ਦੇ ਵਿੱਚੋਂ ਵੀ ਅੱਖਾਂ ਮੀਚੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਕਨੈਕਸ਼ਨ ਵੀ ਮਿਲ ਜਾਂਦੇ ਨੇ। ਪਰ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਉਹ ਕਲੋਨੀਆਂ ਗੈਰ ਕਾਨੂੰਨੀ ਹੀ ਰਹਿੰਦੀਆਂ ਨੇ ਔਰ ਜਿਹੜੀਆਂ ਕਿ ਅੱਜ ਵੀ ਗੈਰ ਕਾਨੂੰਨੀ ਨੇ। ਪਰ ਜੇ ਗੱਲ ਕੀਤੀ ਜਾਵੇ ਵੀ ਕਲੋਨੀਆਂ ਗੈਰ ਕਾਨੂੰਨੀ ਨੇ, ਸਰਕਾਰ ਨੂੰ ਵੀ ਦਿਖਦੀਆਂ ਨੇ, ਚਲੋ ਅਧਿਕਾਰੀ ਮੰਨ ਲੱਗਦੇ ਆ ਵੀ ਕਰਪਸ਼ਨ ਕਰਦੇ ਨੇ, ਪੈਸੇ ਲੈ ਲੈਂਦੇ ਨੇ, ਉਹ ਕਰਵਾ ਦਿੰਦੇ ਨੇ, ਪਰ ਕਿ ਲੱਗਦਾ ਨਹੀਂ ਕਿ ਸਰਕਾਰ ਨੂੰ ਵੀ ਇੱਥੇ ਜਿਹੜਾ ਵਾ ਇੱਕ ਸਖਤ ਐਕਸ਼ਨ ਲੈਣਾ ਚਾਹੀਦਾ, ਜਿਹੜੇ ਕਿ ਇਹ ਲੋਕਾਂ ਦੇ ਉੱਤੇ FIR ਦਰਜ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਇਹ ਦੁਬਾਰੇ ਇਹੋ ਜਿਹਾ ਕੰਮ ਹੀ ਨਾ ਕਰਨ। ਇਹ ਜੀ ਸਰਕਾਰ ਦਾ ਅੱਖ ਕੰਨ ਨੱਕ ਅਫਸਰ ਹੁੰਦੇ ਨੇ। ਸਰਕਾਰ ਕੋਈ ਅਸਮਾਨ ਦੇ ਵਿੱਚੋਂ ਨਹੀਂ ਹੁੰਦੀ, ਸਰਕਾਰ ਦਾ ਅੱਖ ਕੰਨ ਨੱਕ ਅਫਸਰ ਹੁੰਦੇ ਨੇ। ਅਫਸਰ ਹੀ ਜਦੋਂ ਬੇਈਮਾਨ ਹੋ ਜਾਣ ਤਾਂ ਸਰਕਾਰ ਨੂੰ ਕੀ ਪਤਾ ਲੱਗੇਗਾ। ਜਿਹੜੇ ਸਾਡੇ ਨੁਮਾਇੰਦੇ ਚੁਣੇ ਹੋਏ ਹੁੰਦੇ ਨੇ ਉਹ ਵੀ ਅੱਖਾਂ ਮੀਚਣ ਦੇ ਪੈਸੇ ਲੈ ਲੈਂਦੇ ਨੇ। ਨਗਰ ਨਿਗਮ ਦੇ ਵਿੱਚ ਦਾ ਦਾਇਰਾ ਬਹੁਤ ਛੋਟਾ। ਇੱਥੇ ਇੱਕ ਬਿਲਡਿੰਗ ਕਿਸੇ ਵੀ ਮੁਹੱਲੇ ਦੇ ਵਿੱਚ ਬਣਨ ਲੱਗਦੀ ਹੈ, ਇਹ ਨਗਰ ਨਿਗਮ ਦੇ ਜਿਹੜੀ ਬਿਲਡਿੰਗ ਬ੍ਰਾਂਚ ਹੈ ਇਹਦਾ ਨੈਕਸਸ ਪੂਰਾ ਬਣਿਆ ਹੁੰਦਾ ਹੈ ਕਿ ATP ਤੋਂ ਬਾਅਦ ਥੱਲੇ ਬਿਲਡਿੰਗ ਇੰਸਪੈਕਟਰ ਦੇ ਨਾਲ ਇੱਕ ਬਿਲਡਿੰਗ ਇੰਸਪੈਕਟਰ ਨੂੰ ਬਲਾਕ ਮਿਲੇ ਹੁੰਦੇ ਨੇ। ਬਲਾਕ ਦੇ ਵਿੱਚ ਉਹ ਹਰ ਇੱਕ ਹਫਤੇ ਇੱਕ ਉਹਦਾ ਪੀਐਨ ਆਉਂਦਾ ਹੈ। ਜੇ ਮੁਹੱਲੇ ਦੀ ਕਿਸੇ ਗਲੀ ਦੇ ਵਿੱਚ ਇੱਕ ਬਿਲਡਿੰਗ ਦੇ ਲਈ 100 ਇੱਟਾਂ ਵੀ ਲਗਾਉਣੀਆਂ ਹੋਣ ਨਾ, ਉਹ ਵੀ ਪੀਐਨ ਆ ਕੇ ਕਹਿੰਦਾ ਕਿ ਹਾਂ ਬਈ ਤੂੰ ਨਵਾਂ ਮਕਾਨ ਬਣਾਉਣ ਲੱਗਿਆ ਔਰ ਇੰਨੇ ਨੰਬਰ ਕਮਰੇ ਦੇ ਵਿੱਚ ਆ ਕੇ ਮਿਲ। ਔਰ ਜੇਕਰ ਇੱਕ ਕਮਰਾ ਤੱਕ ਵੀ ਇਹਨਾਂ ਦੀ ਨਜ਼ਰਾਂ ਤੋਂ ਪਰੇ ਨਹੀਂ ਹੁੰਦਾ, ਇਹਨਾਂ ਤੋਂ ਛੁਪਿਆ ਹੋਇਆ ਨਹੀਂ, ਇਹ ਤਾਂ ਕਲੋਨੀਆਂ ਬਣਦੀਆਂ ਨੇ। ਜਿਹੜੇ ਏਰੀਏ ਦੇ ਵਿੱਚ ਕਲੋਨੀ ਬਣਦੀ ਹੈ ਉਸ ਏਰੀਏ ਦਾ ਬਿਲਡਿੰਗ ਇੰਸਪੈਕਟਰ ਦੇ ਕੋਲ ਬਹੁਤਾ ਏਰੀਆ ਨਹੀਂ ਹੁੰਦਾ, ਉਹ ਸਾਰਾ ਕੁਛ ਮਿਲੀ ਭੁਗਤ ਨਾਲ ਹੁੰਦਾ ਔਰ ਨਲਾਇਕੀ ਕੋਈ ਨਹੀਂ ਹੈਗੀ। ਇੱਕ ਹੁੰਦਾ ਨਾ ਕਿ ਨੈਗਲੀਜੈਂਸੀ ਕੋਈ ਨਹੀਂ ਹੈ, ਸਭ ਕੁਛ ਮਿਲੀ ਭੁਗਤ ਨਾਲ ਹੁੰਦਾ, ਪੈਸੇ ਲੈ ਕੇ ਹੁੰਦਾ ਔਰ ਹਿੱਸੇਬੰਦੀ ਹੁੰਦੀ ਹੈ। ਔਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪਾਪਰਾ ਐਕਟ ਦੇ ਵਿੱਚ ਚੌੜੀਆਂ ਸੜਕਾਂ ਦੇਣੀਆਂ ਹੁੰਦੀਆਂ ਨੇ, ਜਿਹੜੀਆਂ ਹੁੰਦੀਆਂ ਨੇ ਕਲੋਨਾਈਜ਼ਰ ਨੇ ਜਦੋਂ ਕਲੋਨੀ ਪਾਸ ਕਰਵਾਈਏ। ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕੱਟਦੇ ਨੇ, ਕਿਤੇ 18 ਫੁੱਟੀ ਸੜਕ ਬਣਾਤੀ ਜੀ, ਕਿਤੇ 20 ਫੁੱਟੀ ਬਣਾਤੀ, ਉਹਦੇ ਵਿੱਚ ਸੇਲੇਬਲ ਏਰੀਆ ਜਿਹੜਾ ਕਿ 50% 60% ਏਰੀਆ ਮਿਲਣਾ ਸੀਗਾ ਉਹਨੇ ਰਕਬੇ ਦੇ ਵਿੱਚ, ਉਹ 70% ਤੋਂ ਉੱਪਰ ਏਰੀਆ ਲੈ ਜਾਂਦਾ। ਨਾ ਕੋਈ ਪਾਰਕ ਦੀ ਸਹੂਲਤ ਦਿੰਦਾ, ਨਾ STP ਦਿੰਦਾ, ਕੋਈ ਸਹੂਲਤ ਨਹੀਂ ਦਿੰਦਾ। ਉਹਦਾ ਪ੍ਰੋਫਿਟ ਵੱਧ ਜਾਂਦਾ, ਉਹ ਪ੍ਰੋਫਿਟ ਸ਼ੇਅਰਿੰਗ ਹੁੰਦੀ ਹੈ ਅਫਸਰਾਂ ਔਰ ਡਿਵੈਲਪਰ ਦੇ ਵਿੱਚ। ਪਰ ਜੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਜਿਹੜੇ ਅਫਸਰ ਬੈਠੇ ਨੇ, ਜਿਨ੍ਹਾਂ ਦੀ ਇਹ ਡਿਊਟੀ ਬਣਦੀ ਆ ਜੀ, ਕਿਤੇ ਨਾ ਕਿਤੇ ਉਹ ਸਰਕਾਰੀ ਨੁਮਾਇੰਦੇ ਨੇ। ਉਹ ਸਾਡੇ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਉਹਨਾਂ ਨੂੰ ਤਨਖਾਹ ਮਿਲਦੀ ਹੈ ਕਿ ਉਹਨਾਂ ਨੂੰ ਕਿਸੇ ਦਾ ਕੋਈ ਡਰ, ਕਿਸੇ ਦਾ ਕੋਈ ਖੌਫ ਹੈ ਨਹੀਂ ਵੀ ਸਾਡੀ ਨੌਕਰੀ ਚਲ ਜਾਊਗੀ ਜਾਂ ਸਾਡੇ 'ਤੇ ਕੋਈ ਕਾਰ ਵੀ ਹੋ ਜਾਊਗੀ, ਤਾਂ ਵੀ ਉਹ ਏਡੇ ਏਡੇ ਕੰਮ ਕਰੀ ਜਾ ਰਹੇ ਕਿ ਪੈਸੇ ਦੀ ਦੌੜ ਕਰਕੇ ਸਾਰਾ ਕੁਝ ਚੱਲ ਰਿਹਾ। ਉਹ ਅਫਸਰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ, ਉਹਨਾਂ ਦੀਆਂ ਅੱਖਾਂ ਮੀਚੀਆਂ ਜਾਂਦੀਆਂ ਨੇ। ਕਿਸੇ MLA ਨੂੰ ਇਹ ਨਹੀਂ ਪਤਾ ਲੱਗਦਾ ਕਿ ਇਸ ਏਰੀਏ ਦੇ ਵਿੱਚ ਆਹ ਨਵੀਂ ਕਲੋਨੀ ਬਣ ਰਹੀ ਹੈ, ਸਭ ਕੁਝ ਪਤਾ ਹੁੰਦਾ ਹੈ। ਉਹਨਾਂ ਦੇ ਕੋਲ ਵਾਰਡ ਪ੍ਰਧਾਨ ਹੁੰਦੇ ਨੇ MLA ਕੋਲ,
ਹਰੇਕ ਪਾਰਟੀ ਦਾ ਇੱਕ ਪੂਰਾ ਨੈਟਵਰਕ ਬਣਿਆ ਹੁੰਦਾ, ਉਸ ਨੈਟਵਰਕ ਦੇ ਥਰੂ ਸਭ ਕੁਝ ਪਤਾ ਹੁੰਦਾ ਔਰ ਬਿਨਾਂ ਨੌਲੇਜ ਤੋਂ ਅੱਖਾਂ ਨਹੀਂ ਮੀਚੀਆਂ ਜਾਂਦੀਆਂ ਜੀ, ਜਿਹਦਾ ਖਮਿਆਜਾ ਉਸ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਹਿੰਦੀ ਦੁਨੀਆ ਤੱਕ ਭੁਗਤਣਾ ਪਊਗਾ। ਭੀੜੀਆਂ ਸੜਕਾਂ ਹੁੰਦੀਆਂ ਨੇ, ਕੋਈ ਪਾਰਕ ਦੀ ਫੈਸਿਲਿਟੀ ਨਹੀਂ ਹੁੰਦੀ ਔਰ ਨਾ ਕੋਈ ਸਹੂਲਤ ਹੋਰ ਹੁੰਦੀ ਹੈ। ਜੇ ਕੋਈ ਪਹਿਲਾਂ ਤਾਂ ਬਿਜਲੀ ਦਾ ਮੀਟਰ ਲਗਾਉਣ ਲਈ ਬਿਨਾਂ NOC ਕਰਕੇ ਜਿਹੜਾ ਡਿਵੈਲਪਰ ਹੁੰਦਾ, ਡਿਵੈਲਪਰ ਕੀ ਕਰਦਾ ਹੈ, ਉਹ ਜ਼ਿਮੀਂਦਾਰ ਨਾਲ ਸੌਦਾ ਕਰਦਾ। ਸਭ ਤੋਂ ਪਹਿਲਾਂ ਜ਼ਿਮੀਂਦਾਰ ਨਾਲ ਸੌਦਾ ਉਹ ਆਪ ਦੇ ਨਾਮ 'ਤੇ ਰਜਿਸਟਰੀ ਕਰਵਾ ਕੇ ਨਹੀਂ ਕਰਦਾ, ਉਹ ਬਿਆਨਾ ਕਰਦਾ। ਬਿਆਨਾ ਆਪਦੇ ਨਾਮ 'ਤੇ ਨਹੀਂ ਕਰਦਾ, ਬਿਆਨਾ ਆਪਦੇ ਨੌਕਰ ਜਾਂ ਕਿਸੇ ਹੋਰ ਬੰਦੇ ਦੇ ਨਾਮ 'ਤੇ ਬਿਆਨਾ ਕਰਦਾ। ਜਾਲਸਾਜ਼ੀ ਹੁੰਦੀ ਸਾਰੀ ਇਹ। ਬਿਆਨਾ ਹੁੰਦਾ ਹੈ, ਬਿਆਨਾ ਹੋਇਆ, ਉਸ ਤੋਂ ਬਾਅਦ ਉਹ ਕਲੋਨੀ ਬਣਾਉਣ ਲੱਗ ਗਿਆ। ਕਲੋਨੀ ਬਣਾਉਣ ਲੱਗ ਗਿਆ, ਸੜਕਾਂ ਕੱਟਤੀਆਂ ਜੀ, ਵਿੱਚ ਸੀਵਰੇਜ ਦਾ ਪਾਈਪ ਵੀ ਪਾਤਾ ਜੀ। ਉਸ ਤੋਂ ਬਾਅਦ ਕੀ ਹੁੰਦਾ ਕਿ ਉਹਨੇ ਪਲਾਟ ਵੇਚਣ ਦੀ ਐਡਵਰਟਾਈਜ਼ਮੈਂਟ ਦੇਣ ਲੱਗ ਜਾਣੀ। ਐਡਵਰਟਾਈਜ਼ਮੈਂਟ ਦਿੱਤੀ, ਮੇਰੇ ਤੁਹਾਡੇ ਵਰਗਿਆਂ ਨੇ ਆ ਕੇ ਪਲਾਟ ਲੈਣੇ ਨੇ ਰਹਿਣ ਵਾਸਤੇ ਜਾਂ ਇਨਵੈਸਟਮੈਂਟ ਲਈ ਜਾਂ ਰਹਿਣ ਵਾਸਤੇ। ਜਦੋਂ ਬੰਦਾ ਰਜਿਸਟਰੀ ਵਾਸਤੇ ਉਹਨੇ ਜਿਹੜਾ ਹੁੰਦਾ ਜ਼ਿਮੀਂਦਾਰ ਨੂੰ ਕੀ ਕਰਨਾ ਕਿ ਜ਼ਿਮੀਂਦਾਰ ਤੋਂ ਛੋਟੀਆਂ ਰਜਿਸਟਰੀਆਂ ਕਰਵਾ ਦੇਣੀਆਂ। ਸਿੱਧੀ ਰਜਿਸਟਰੀ ਉਹਦੇ ਕੋਲੋਂ ਹੁੰਦੀ ਆ ਔਰ ਉਸ ਤੋਂ ਬਾਅਦ ਕੀ ਹੁੰਦਾ, ਆਪ ਦਾ ਜਿਹੜਾ ਬੰਦਾ ਹੁੰਦਾ ਹੈ ਉਹਨੂੰ ਵਿੱਚ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ। ਇਹ ਮੋਡਸ ਆਪਰੈਂਡੀ ਹੈ, ਇੱਕ ਕਲੋਨਾਈਜ਼ਰ ਦੀ ਨਹੀਂ ਗੱਲ ਕਰ ਰਿਹਾ ਮੈਂ, ਸਾਰੇ ਕਲੋਨਾਈਜ਼ਰ ਇੱਦਾਂ ਹੀ ਕਰਦੇ ਜੀ, ਇਸ ਤਰ੍ਹਾਂ ਹੀ। ਔਰ ਆਉਣਾ ਐਡਵਰਟਾਈਜ਼ਮੈਂਟ ਦੇ ਕੇ ਉਸ ਤੋਂ ਬਾਅਦ ਰਜਿਸਟਰੀਆਂ ਹੋਣ ਲੱਗਦੀਆਂ ਨੇ ਔਰ ਰਜਿਸਟਰੀ ਦੇ ਵਿੱਚ ਆਪਦਾ ਬੰਦੇ ਨੂੰ ਗਵਾਹ ਦੇ ਤੌਰ 'ਤੇ ਰਖਾਉਂਦੇ ਨੇ। ਕਲੋਨਾਈਜ਼ਰ ਪਰਚੇਜ਼ਰ ਨੂੰ ਕਹਿੰਦਾ ਕਿ ਜੀ ਤੇਰੀ ਰਜਿਸਟਰੀ ਹੋ ਜੂਗੀ, ਉਹ ਕਹਿੰਦਾ ਕਿ ਜੀ NOC, ਗੌਰਮੈਂਟ ਕਹਿੰਦੀ ਹੈ NOC। ਉਹ ਕੀ ਕਰਦਾ ਕਿ ਉਹਨੂੰ ਕਹਿੰਦਾ ਕਿ ਤੇਰੀ ਰਜਿਸਟਰੀ ਦੀ ਗਰੰਟੀ ਮੇਰੀ ਹੈ, ਉਹ ਮੈਂ ਜਿੱਦਾਂ ਮਰਜ਼ੀ ਕਰਵਾ ਦੇਵਾਂ। ਜੇ ਤਾਂ ਹੋਵੇ ਪੜ੍ਹਿਆ ਲਿਖਿਆ ਉਹ ਜਿਹੜਾ ਖਰੀਦਦਾਰ, ਉਹ ਤਾਂ ਕਹੇ ਉਹਦਾ ਹੱਕ ਬਣਦਾ ਹੈ, ਉਹ ਕਹੇ ਕਿ ਜੀ ਸਰਦਾਰ ਜੀ ਮੈਨੂੰ NOC ਚਾਹੀਦੀ ਹੈ ਤਾਂ ਕਿ ਮੈਨੂੰ ਮੀਟਰ ਦੀ ਵੀ ਦਿੱਕਤ ਨਾ ਆਵੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮੈਂ ਮਕਾਨ ਬਣਾਊਂਗਾ ਉਸ ਟਾਈਮ ਜੇ ਮੇਰੇ ਚਾਰਜਸ ਪਹਿਲਾਂ EDC ਚਾਰਜਸ ਵਗੈਰਾ ਜਮ੍ਹਾਂ ਹੋ ਕੇ NOC ਮਿਲੀ ਹੋਊਗੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਮਕਾਨ ਪਾਉਣ ਦੇ ਵਿੱਚ ਜਦੋਂ ਨਕਸ਼ਾ ਪਾਸ ਕਰਾਉਣਾ ਹੈ ਉਦੋਂ ਬਿਲਕੁਲ ਨੋਮੀਨਲ ਜੀ ਫੀਸ ਲਗਾ ਕੇ ਮੇਰਾ ਨਕਸ਼ਾ ਪਾਸ ਹੋ ਜਾਊਗਾ। ਇਹ ਕੀ ਕਰਦੇ ਨੇ ਕਿ ਬਿਨਾਂ NOC ਤੋਂ ਰਜਿਸਟਰੀ ਕਰਵਾਤੀ, ਜਦੋਂ ਪੇਮੈਂਟ ਚਲੀ ਗਈ ਰਜਿਸਟਰੀ ਹੋ ਗਈ, ਉਸ ਤੋਂ ਬਾਅਦ ਡਿਵੈਲਪਰ ਦੀ ਜ਼ਿੰਮੇਵਾਰੀ ਖਤਮ। ਔਰ ਕਿਉਂਕਿ ਉਹਨੇ ਤਾਂ ਆਪਣੇ ਗਲੋਂ ਲਾਹਤਾ ਸੱਪ ਇੱਕ ਤਰ੍ਹਾਂ ਦਾ ਵੀ ਮੈਂ ਤਾਂ ਪਲਾਟ ਵੇਚਤਾ, ਹੁਣ ਜੋ ਮਰਜ਼ੀ ਹੋਈ ਜਾਵੇ। ਇਕੱਲਾ ਪਲਾਟ ਕਰਕੇ ਵਿਕ ਗਿਆ ਔਰ ਅਫਸਰਾਂ ਦੇ ਕਾਗਜ਼ਾਂ ਦੇ ਵਿੱਚ, ਨਗਰ ਨਿਗਮ ਚਾਹੇ ਗਲਾਡਾ ਦੇ ਕਾਗਜ਼ਾਂ ਦੇ ਵਿੱਚ ਉਹ ਕਲੋਨੀ ਐਗਜ਼ਿਸਟ ਨਹੀਂ ਕਰਦੀ, 5-4 ਸਾਲ ਤੱਕ ਐਗਜ਼ਿਸਟ ਹੀ ਨਹੀਂ ਕਰੂਗੀ। ਉਸ ਤੋਂ ਬਾਅਦ ਕੀ ਹੁੰਦਾ ਜੀ ਕਿ ਜੇਕਰ ਕੋਈ ਕਾਰਵਾਈ ਦੀ ਫਾਰਮੈਲਿਟੀ ਕਰਨੀ ਪਈ, ਮੰਨ ਲਓ ਜੇ ਕਰਨੀ ਪਈ ਤਾਂ ਗਲਾਡਾ ਵਾਲੇ ਪਰਚਾ ਕਿਹਦੇ ਉੱਤੇ ਕਰਵਾਉਂਦੇ ਨੇ? ਜ਼ਿਮੀਂਦਾਰ ਦੇ ਉੱਤੇ, ਕਿਉਂਕਿ ਉਹਨੇ ਵੇਚਿਆ ਸਾਰਾ ਜ਼ਿਮੀਂਦਾਰ ਨੇ। ਜਿਹੜੇ ਬਿੱਗੀਆਂ ਜਾਂ ਕਿੱਲਿਆਂ ਨੂੰ ਗਜਾਂ ਦੇ ਵਿੱਚ ਪਲਾਟਿੰਗ ਤਾਂ ਉਹਨੇ ਕੀਤੀ ਹੈ, ਉਹਨੂੰ ਐਗਰੀਕਲਚਰ ਨੂੰ ਸਿੱਧਾ ਹੀ ਉਹਨੇ ਉਹ ਰਿਹਾਇਸ਼ੀ ਏਰੀਆ ਦੇ ਵਾਂਗੂ ਉਹਨੇ ਕੱਟ ਕੇ ਵੇਚਦਾ। ਨਾ CLU ਹੋਣਾ ਨਾ ਕੁਛ ਨਹੀਂ ਹੁੰਦਾ ਔਰ ਪਲਾਟਿੰਗ ਹੋ ਗਈ ਔਰ ਇਲੀਗਲ ਕਲੋਨੀ ਮਾਰਕੀਟ ਦੇ ਵਿੱਚ ਆ ਗਈ ਜੀ। ਪਰ ਇਹ ਕੀ ਲੱਗਦਾ ਕਿ ਇਹ ਜਿਹੜੇ ਕਲੋਨਾਈਜ਼ਰ ਨੇ ਜੀ ਫਿਰ ਇੰਨੀ ਹੁਸ਼ਿਆਰੀ ਮਾਰਦੇ ਨੇ, ਉਹ ਜ਼ਿਮੀਂਦਾਰਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਜਿਹੜੇ ਜਿਨ੍ਹਾਂ ਦੇ ਪਲਾਟ ਉਹਨਾਂ ਨੂੰ ਪਤਾ ਹੀ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ। ਇਹ ਤਾਂ ਜ਼ਿਮੀਂਦਾਰ ਵੀ ਸਮਝਦਾਰ ਬਣਨ ਔਰ ਖਰੀਦਦਾਰ ਵੀ ਸਮਝਦਾਰ ਬਣੇ। ਉਹ ਕਹੇ ਕਿ ਜੀ ਮੈਂ ਤਾਂ ਜ਼ਿਮੀਂਦਾਰ ਨੂੰ ਇਹ ਕਹਿਣਾ ਚਾਹੀਦਾ ਕਿ ਮੈਂ ਤਾਂ ਇੱਕ ਰਜਿਸਟਰੀ ਕਰਵਾਊਂਗਾ, ਮੈਂ ਚਾਹੇ 100 ਰੁਪਏ ਗਜ 200 ਰੁਪਏ ਗਜ ਰੇਟ ਘੱਟ ਦੇ ਦਿਓ ਪਰ ਮੇਰੇ ਕੋਲੋਂ ਇੱਕ ਰਜਿਸਟਰੀ ਕਰਵਾਓ। ਮੈਂ ਨਹੀਂ ਕਲੋਨਾਈਜ਼ਰ ਬਣਨਾ, ਕਿਉਂਕਿ ਮੈਂ ਅਸਲੀ ਬੈਨੀਫਿਸ਼ਰੀ ਡਿਵੈਲਪਰ ਹੁੰਦਾ। ਬਿਲਕੁਲ ਡਿਵੈਲਪਰ ਜਿਹੜਾ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਜੀ ਕਿ ਕਲੋਨੀ ਬਣ ਗਈ ਔਰ ਉਸ ਤੋਂ ਬਾਅਦ 5-4 ਸਾਲ ਬਾਅਦ ਇਹਨਾਂ ਦੀ ਲੌਬੀ ਪ੍ਰਾਪਰਟੀ ਡੀਲਰਾਂ ਦੀ ਐਡੀ ਕੁ ਹੁੰਦੀ ਹੈ ਜਾਂ ਗੈਰ ਕਾਨੂੰਨੀ ਕਲੋਨੀ ਕੱਟਣ ਵਾਲਿਆਂ ਦੀ ਉਹ ਸਮੇਂ ਦੀਆਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਨੇ ਜੀ ਕਿ ਆਮ ਬੰਦੇ ਦਾ ਕੀ ਕਸੂਰ,
ਆਮ ਬੰਦੇ ਦਾ ਨੁਕਸਾਨ ਕਹਿ ਕੇ ਉਹ ਕਲੋਨੀਆਂ ਜਿਹੜੀਆਂ ਹੈਗੀਆਂ ਨੇ ਰੈਗੂਲਰਾਈਜ਼ ਕਰਾਉਣ ਦੀ ਖੇਡੀ ਜਾਂਦੀ ਆ। ਪਹਿਲੇ ਰੈਗੂਲਰਾਈਜੇਸ਼ਨ ਪਾਲਿਸੀ ਲਿਆਂਦੀ, ਪਾਲਿਸੀ ਹਰੇਕ 5-4 ਸਾਲ ਬਾਅਦ ਆਉਂਦੀ ਹੈ ਨਾ, ਔਰ ਉਹਦੀ ਵੇਟ ਕਰਦੇ ਨੇ ਵੀ ਪਹਿਲਾਂ ਟੱਕੀ ਟੁੱਕੀ ਮਾਰ ਲਈਏ, ਉਸ ਤੋਂ ਬਾਅਦ ਅੱਗੇ ਦੇਖਾਂਗੇ ਕੀ ਉਸ ਤੋਂ ਬਾਅਦ ਅੱਗੇ ਫਿਰ ਗੇਮ ਚੱਲਦੀ ਹੈ ਜੀ। ਜਦੋਂ ਪਾਲਿਸੀ ਆਉਂਦੀ ਹੈ, ਕਿਉਂਕਿ ਪਹਿਲੀਆਂ ਕਲੋਨੀਆਂ ਤਾਂ ਵੇਚ ਚੁੱਕੇ ਨੇ, ਔਰ ਪਾਲਿਸੀ ਆਉਂਦੀ ਹੈ ਪੁਰਾਣੀਆਂ ਕਲੋਨੀਆਂ ਡਿਵੈਲਪ ਜਿਹੜੀਆਂ ਹੋਈਆਂ ਨੇ ਇਲੀਗਲ, ਔਰ ਉਹਨਾਂ ਨੂੰ ਰੈਗੂਲਰਾਈਜ਼ ਕਰਨ ਲਈ। ਔਰ ਹੁੰਦਾ ਕੀ ਹੈ ਕਿ ਉਹਨਾਂ ਦਾ ਤਾਂ ਕੋਈ ਸਾਬਤ ਹੀ ਨਹੀਂ ਕਰ ਸਕਦਾ ਕਿ ਇਹ ਕਲੋਨੀ ਕੱਟੀ ਕਿੰਨੀ ਹੈ। ਉਹ ਇੱਥੋਂ ਗੇਮ ਸ਼ੁਰੂ ਹੁੰਦੀ ਆ। ਨਵੀਆਂ ਜਿਹੜੀਆਂ ਕਲੋਨੀਆਂ ਕੱਟਣੀਆਂ ਹੁੰਦੀਆਂ ਨੇ ਉਹਨਾਂ ਦੀਆਂ ਐਪਲੀਕੇਸ਼ਨਸ ਦਿੱਤੀਆਂ ਜਾਂਦੀਆਂ ਨੇ ਪੁਰਾਣੀਆਂ ਕਹਿ ਕੇ। ਇਸ ਤਰ੍ਹਾਂ ਇਹ ਮਿਸਯੂਜ਼ ਹੁੰਦਾ ਹਰ ਇੱਕ ਪਾਲਿਸੀ ਦਾ। 2013 ਵਾਲੀ ਦਾ ਵੀ ਹੋਇਆ, 2018 ਵਾਲੀ ਦਾ ਵੀ ਹੋਇਆ। ਔਰ ਜੇ ਪਾਲਿਸੀ ਨਵੀਂ ਆਉਂਦੀ ਹੈ ਤਾਂ ਨਵੀਂ ਪਾਲਿਸੀ ਦਾ ਵੀ ਮਿਸਯੂਜ਼ ਹੋਊਗਾ। ਔਰ ਹੁੰਦਾ ਕੀ ਹੈ ਕਿ ਜਿਹੜੀ ਅੱਧੀ ਅਧੂਰੀਆਂ ਐਪਲੀਕੇਸ਼ਨਸ ਦੇ ਦਿੰਦੇ ਨੇ। ਹਾਲਾਂਕਿ ਰੂਲ ਦੇ ਹਿਸਾਬ ਨਾਲ ਪਾਲਿਸੀ ਦੇ ਵਿੱਚ 2018 ਵਾਲੀ 'ਚ ਇਹ ਲਿਖਿਆ ਹੋਇਆ ਸੀਗਾ ਕਿ ਗੂਗਲ ਮੈਪ ਦੇ ਉੱਤੇ ਸੁਪਰ ਇੰਪੋਜ਼ ਕਰਨਾ। ਇਹ ਉਹਦੇ ਨਾਲ ਸਾਬਤ ਹੋਣਾ ਸੀਗਾ ਕਿ ਕਲੋਨੀ ਪਹਿਲਾਂ ਤੋਂ ਪਲਾਟਿੰਗ ਹੋਈ ਵੀ ਹੈ ਮਾਰਚ 2018 ਤੋਂ ਪਹਿਲਾਂ ਦੀ। ਔਰ ਉਹ ਸ਼ਰਤ ਬਿਨਾਂ ਪੂਰੀ ਕੀਤੇ ਤੋਂ ਅੱਧੀਆਂ ਅਧੂਰੀਆਂ ਮੋਸਟ ਆਫ ਦੀ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਉਹਨਾਂ ਨੂੰ ਸਬਮਿਟ ਕੀਤਾ, ਔਰ ਉਹਨਾਂ ਨੂੰ ਡਿਸਾਈਡ ਨਹੀਂ ਕਰਵਾਇਆ ਜਾਂਦਾ। ਡਿਸਾਈਡ ਇਸ ਕਰਕੇ ਨਹੀਂ ਕਰਵਾਇਆ ਜਾਂਦਾ ਕਿਉਂਕਿ ਉਹ ਕਲੋਨੀਆਂ ਅਪਰੂਵ ਹੋਣ ਰੈਗੂਲਰਾਈਜ਼ ਹੋਣ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੀਆਂ। ਸ਼ਰਤਾਂ ਪੂਰੀਆਂ ਨਹੀਂ ਕਰਦੇ, ਔਰ ਐਪਲੀਕੇਸ਼ਨ ਲਗਾਉਣ ਦੀ ਆੜ ਦੇ ਵਿੱਚ ਕਲੋਨੀ ਨਵੀਂ ਵੀ ਡਿਵੈਲਪ ਕਰ ਲਈ ਜਾਂਦੀ ਹੈ। ਲੋਕ ਤਾਂ ਚਾਹੁੰਦੇ ਸੀਗੇ ਵੀ ਚਲੋ ਸਰਕਾਰ ਬਦਲਾਂਗੇ, ਨਵੇਂ ਲੋਕ ਹੋਣਗੇ ਜਾਂ ਨਵੇਂ ਵਿਧਾਇਕ ਹੋਣਗੇ, ਉਹ ਸਾਡਾ ਜਿਹੜਾ ਮਸਲੇ ਹੱਲ ਕਰਨਗੇ। ਪਰ ਲੱਗਦਾ ਨਹੀਂ ਕਿ ਜਿਹੜੇ ਪਿਛਲੇ ਸਰਕਾਰਾਂ ਨੇ ਜੋ ਕੀਤਾ, ਨਵੀਆਂ ਸਰਕਾਰਾਂ ਵੀ ਫਿਰ ਉਸੇ ਰਸਤੇ ਤੁਰ ਪੈਂਦੀਆਂ ਨੇ, ਕਿਉਂਕਿ ਪੈਸੇ ਦੀ ਪਾਵਰ ਹੀ ਇੰਨੀ ਹੈ। ਜਿਹੜੇ ਅਫਸਰਸ਼ਾਹੀ ਹੁੰਦੀ ਹੈ ਨਾ ਜੀ, ਕੰਮ ਤਾਂ ਇਹ ਕਰਦੀ ਹੈ। ਪੋਲੀਟੀਸ਼ੀਅਨ 5-10% ਕੇਸਾਂ ਦੇ ਵਿੱਚ ਇਨਵੋਲਵ ਹੁੰਦਾ ਹੈ, ਜਿਹੜਾ ਕਿ ਆਪਦੇ ਕਰਕੇ ਗਲਤ ਕੰਮ ਕਰਵਾਉਂਦਾ। 90% ਦੇ ਵਿੱਚ ਜਿਹੜੀ ਹੁੰਦੀ ਆ ਬਿਊਰੋਕ੍ਰੇਸੀ ਇਨਵੋਲਵ ਹੁੰਦੀ ਹੈ। ਔਰ ਉਹ ਜਿਹੜਾ ਗਲਤ ਕੰਮ ਕਰਨ ਲੱਗਦਾ, ਜਿਸ ਤਰ੍ਹਾਂ ਕਿ ਆਹ ਕਲੋਨੀਆਂ ਨੇ, ਇਹ ਕੀ ਕਰਦੇ ਨੇ ਕਿ ਅਫਸਰਸ਼ਾਹੀ ਜਿਹੜੇ ਡਿਵੈਲਪਰਸ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਚੱਲ ਠੀਕ ਹੈ, ਸਾਡਾ ਤਾਂ ਘਰ ਪੂਰਾ ਕਰਤਾ, ਕਿਸੇ ਲੀਡਰ ਤੋਂ ਸਾਨੂੰ ਕਹਾ ਦੇ, ਉਹਨੂੰ ਥੋੜ੍ਹਾ ਜਿਹਾ ਹੱਥ ਝਾੜ ਕੇ ਡਿਵੈਲਪਰ ਕੀ ਕਰਦੇ ਨੇ ਕਿ ਉਹਨੂੰ ਆਪਦੇ ਵੱਲ ਦਾ ਕਰ ਲੈਂਦੇ ਨੇ। ਉਹਦੇ ਕੋਲੋਂ ਫੋਨ ਕਰਵਾ ਦਿੰਦੇ ਨੇ ਕਿ ਹਾਂ ਬਈ ਆਪਣੇ ਬੰਦੇ ਦੀ ਕਲੋਨੀ ਆ। ਕਿਉਂਕਿ ਆਪਣੇ ਗੈਂਗ 'ਚ ਜੇ ਪੰਜਾਬੀ 'ਚ ਕਿਹਾ ਜਾਵੇ ਤਾਂ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਬਹੁਤ ਥੋੜ੍ਹੀ ਰਕਮ ਦੇ ਕੇ। ਅਸਲ ਬੈਨੀਫਿਸ਼ਰੀ ਤਾਂ ਜਿਹੜਾ ਗਲਤ ਕੰਮ ਕਰਨ ਵਾਲਾ ਹੁੰਦਾ ਹੈ, ਅਤੇ ਜਿਹੜੀ ਅਫਸਰਸ਼ਾਹੀ ਹੁੰਦੀ ਹੈ ਜਿਹੜੀ ਕਿ ਉਹਨਾਂ ਨੂੰ ਰਸਤਾ ਦੱਸਦੀ ਹੁੰਦੀ ਹੈ, ਅਸਲ ਬੈਨੀਫਿਸ਼ਰੀ ਉਹ ਹੁੰਦੀ ਹੈ। ਔਰ ਸਿਆਸਤਦਾਨਾਂ ਨੂੰ ਇਹ ਲੱਗਦਾ ਕਿ ਅਸੀਂ ਹੀ ਸਾਰੀ ਦੁਨੀਆ ਚਲਾ ਰਹੇ ਹਾਂ, ਦੁਨੀਆ ਉਹ ਨਹੀਂ ਚਲਾ ਰਹੇ ਹੁੰਦੇ, ਅਫਸਰਸ਼ਾਹੀ ਚਲਾ ਰਹੀ ਹੁੰਦੀ ਹੈ। 100 ਗਜ ਦੇ ਪਲਾਟ ਦੀ NOC ਦਾ ਵੱਧ ਤੋਂ ਵੱਧ ਖਰਚਾ 90,000 ਰੁਪਇਆ ਸੀਗਾ, ਔਰ ਇਹ 30,000 ਰੁਪਇਆ ਰਿਸ਼ਵਤ ਸ਼ੁਰੂ ਹੋ ਗਈ ਜੀ। 30,000 ਰੁਪਇਆ ਜੇਕਰ ਕਲੋਨਾਈਜ਼ਰ NOC ਲੈ ਕੇ ਦਿੰਦਾ, ਉਹਨੂੰ 90,000 ਰੁਪਏ ਦਾ ਖਰਚਾ ਸੀਗਾ। ਪਰ ਜਿਹੜਾ ਖਰੀਦਦਾਰ ਹੋਣਾ ਸੀਗਾ ਉਹਨੂੰ ਫਾਇਦਾ ਪੂਰੀ ਜ਼ਿੰਦਗੀ ਵਾਸਤੇ ਹੋਣਾ ਸੀਗਾ ਉਸ NOC ਦਾ। ਨੰਬਰ 1 'ਤੇ ਸਭ ਤੋਂ ਪਹਿਲਾਂ ਉਹਨੂੰ ਮੀਟਰ ਲਗਵਾਉਣ ਵੇਲੇ ਕੋਈ ਰਿਸ਼ਵਤ ਨਹੀਂ ਦੇਣੀ ਪੈਣੀ ਸੀ, ਉਹਦਾ ਹੱਕ ਬਣਦਾ ਸੀਗਾ ਮੀਟਰ ਲਗਵਾਉਣ। ਸਾਰੇ ਕੰਮ ਸਿੱਧੇ ਹੋ ਜਾਣੇ ਸੀਗੇ NOC ਦੇ ਨਾਲ, ਹਰ ਕੰਮ ਬਿਲਕੁਲ ਲੀਗਲ ਤੌਰ ਤੇ ਕਰ ਸਕਦਾ ਸੀ। ਨੰਬਰ 2 ਤੇ ਜਦੋਂ ਉਹਨੇ ਮਕਾਨ ਬਣਾਉਣ ਲੱਗਣਾ ਸੀਗਾ, ਕਿਸੇ ਪੀਐਨ ਨੂੰ ਉਹਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਣੀ ਸੀ, ਬਿਲਡਿੰਗ ਇੰਸਪੈਕਟਰ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਣੀ ਸੀ, ਔਰ ਬਹੁਤ ਨੋਮੀਨਲ ਚਾਰਜਿਸ ਦੇ ਉੱਤੇ ਉਹਦਾ ਨਕਸ਼ਾ ਪਾਸ ਹੋ ਜਾਣਾ ਸੀਗਾ। ਜਦੋਂ ਨਕਸ਼ਾ ਪਾਸ ਕਰਾਉਂਦੇ ਆ, ਸਭ ਤੋਂ ਵੱਡਾ ਖਰਚਾ EDC ਚਾਰਜਿਸ ਦਾ ਹੁੰਦਾ ਹੈ। ਉਹ EDC ਚਾਰਜਿਸ NOC ਦੇ ਵਿੱਚ ਜਮ੍ਹਾਂ ਹੋ ਜਾਣੇ ਸੀਗੇ,
ਆਮ ਬੰਦੇ ਨੂੰ ਇਸ NOC ਦਾ ਫਾਇਦਾ ਸੀਗਾ। ਕਹਿਣ ਦਾ ਮਤਲਬ ਕਿ ਫਿਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਵੀ ਉਹ 30-35 ਹਜ਼ਾਰ ਰੁਪਈਆ ਜਿਹੜਾ ਆਪਾਂ ਵਿਅਰਥ ਦਾ ਕਰ ਲੈਂਦੇ ਨੇ, ਐ ਨਹੀਂ ਵੀ ਉਹਦੇ 2 ਗੁਣਾ ਹੋਰ ਲਾ ਕੇ ਅਸੀਂ ਸਾਰੀ ਜ਼ਿੰਦਗੀ ਦੇ ਲਈ ਜਿਹੜਾ ਵਾ ਇਹ ਝੰਜਟ ਤੋਂ ਬਾਹਰ ਨਿਕਲ ਜਾਈਏ, ਕਿਸੇ ਨੂੰ ਸਾਨੂੰ ਪੈਸਾ ਨਾ ਦੇਣਾ ਪਵੇ, ਨਾ ਸਾਨੂੰ ਕਿਸੇ ਦੀ ਸਿਫਾਰਿਸ਼ ਲਾਉਣੀ ਪਵੇ ਤੇ ਨਾ ਸਾਨੂੰ ਕਿਸੇ ਦੀ ਸੁਣਨੀ ਪਵੇ। ਇਹ ਸਾਰਿਆਂ ਨਾਲੋਂ ਵੈਸੇ ਸੌਖਾ ਕੰਮ ਨਹੀਂ ਗਾ ਜੀ। ਬਿਲਕੁਲ ਸੌਖਾ ਕੰਮ ਸੀਗਾ, ਪਰ ਨਾ ਸਿਆਸਤਦਾਨ ਇਹ ਚਾਹੁੰਦੇ ਨੇ। ਨਵੇਂ ਸਿਆਸਤਦਾਨ ਭੁੱਖੇ ਹੈਗੇ ਨੇ। ਉਹਨਾਂ ਨੇ ਕਿਸੇ ਨੇ 45 ਲੱਖ ਰੁਪਏ ਦੀ ਜਿਹੜੀ ਫੋਰਚੂਨਰ ਕਢਵਾ ਲਈ, ਕੋਈ ਪਲਾਟ ਲਈ ਜਾਂਦਾ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ, ਕੋਈ ਤਰੀਕਾ ਅਪਣਾਇਆ ਹੋਇਆ, ਕੋਈ ਤਰੀਕਾ ਅਪਣਾਇਆ ਹੋਇਆ। ਪਰ ਖਹਿਰਾ ਸਾਹਿਬ ਪਿੱਛੇ ਜੇ ਦੇਖਿਆ ਜਾਵੇ ਤਾਂ ਕਈ ਵਿਧਾਇਕਾਂ ਨੇ ਕਲੋਨੀਆਂ ਦੇ ਵਿੱਚ ਜਾ ਕੇ ਕਾਰਵਾਈ ਵੀ ਕਰਾਈ ਆ, ਮਕਾਨ ਵੀ ਢਾਏ ਗਏ ਨੇ ਕਈਆਂ ਦੇ, ਪਰ ਲੋਕਾਂ ਦਾ ਉੱਥੇ ਇਸ਼ੂ ਇਹ ਸੀਗੇ ਵੀ ਗਰੀਬ ਦੇ ਮਕਾਨ ਢਾਹ ਦਿੱਤੇ ਨੇ, ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ, ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ। ਇਹਦੇ ਬਾਰੇ ਕੀ ਕਹੋਗੇ? ਇਸ ਤਰ੍ਹਾਂ ਹੈ ਜੀ ਕਿ ਜਿਹੜੀ ਕਲੋਨੀ ਦੇ ਵਿੱਚ ਕਾਰਵਾਈ ਹੋਈ ਹੈ, ਕੀ ਅੱਜ ਉਹ ਕਲੋਨੀ ਡਿਵੈਲਪ ਨਹੀਂ ਹੋਈ? ਅੱਜ ਜਿਹੜੀ ਕਲੋਨੀ ਦੇ ਵਿੱਚ ਲੁਧਿਆਣੇ ਦੇ ਵਿੱਚ ਦੇਖਿਆ ਕਿ ਇੱਕ ਵਾਰੀ ਫਾਰਮੈਲਿਟੀ ਦੇ ਤੌਰ 'ਤੇ ਕਾਰਵਾਈ ਹੋ ਜਾਵੇ, ਉਹ ਸਾਲ 6 ਮਹੀਨੇ ਨੂੰ ਦੁਬਾਰਾ ਡਿਵੈਲਪ ਹੋਣੀ ਹੀ ਹੋਣੀ ਹੈ। ਜਿਹੜੀ ਬਿਲਡਿੰਗ ਢਾਹੀ ਜਾਵੇ ਉਹ ਸਾਲ 6 ਮਹੀਨੇ ਬਾਅਦ ਨਵੀਂ ਉੱਥੇ ਉਸੇ ਜਗ੍ਹਾ ਦੇ ਉੱਤੇ ਬਣ ਹੀ ਜਾਣੀ ਹੈ। ਫਿਰ ਕਿਵੇਂ ਬਣ ਜਾਂਦੀ ਹੈ ਜੀ? ਕਾਰਵਾਈ ਕਰਨ ਵਾਲੇ ਤੇ ਕਰਵਾਉਣ ਵਾਲੇ ਮੁੜ ਕੇ ਫਿਰ ਅੱਖਾਂ 'ਚ ਪੱਟੀ ਕਿਵੇਂ ਬੰਨ੍ਹੀ ਜਾਂਦੀ ਹੈ? ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਅੱਖੀ ਘੱਟਾ ਪਾਇਆ ਜਾਂਦਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਕੰਮ ਚੱਲ ਰਿਹਾ ਵਾ। ਔਰ ਉਸ ਕਾਰਵਾਈ ਨੂੰ ਫਾਈਲ ਨੋਟਿੰਗ ਬਣਾ ਕੇ ਨਗਰ ਨਿਗਮ ਦੀ ਵਿੱਚ ਬਕਾਇਦਾ ਰਜਿਸਟਰ ਲੱਗਣਾ ਚਾਹੀਦਾ ਹੈ ਕਿ ਫਲਾਨੀ ਬਿਲਡਿੰਗ ਢਾਹੀ ਗਈ, ਫਲਾਨੀ ਕਲੋਨੀ ਢਾਹੀ ਗਈ। ਉਹ ਕਾਗਜ਼ੀ ਪੱਤਰੀ ਕਾਰਵਾਈ ਨੂੰ ਨਹੀਂ ਲਿਆਂਦਾ ਜਾਂਦਾ। ਕੱਲੀਆਂ ਅਖਬਾਰਾਂ ਦੇ ਵਿੱਚ ਖਬਰਾਂ ਲਗਵਾ ਕੇ ਕਹਿ ਦਿੰਦੇ ਨੇ ਕਿ ਜੀ ਹਵਾ 'ਚ ਹੀ ਰਹੇ ਨਾ ਸਾਰਾ ਕੰਮ, ਵੀ ਇੱਕ ਵਾਰੀ ਕਾਰਵਾਈ ਕਰਤੀ, ਲੀਗਲ ਕੁਛ ਨਹੀਂ ਹੋਇਆ ਤੇ ਉਹ ਮੀਡੀਆ 'ਚ ਆ ਗਿਆ ਜੀ, ਰੌਲਾ ਪੈ ਗਿਆ, ਤਾਂ ਬਾਅਦ ਖਤਮ ਕਹਾਣੀ। ਇੱਥੇ ਤਾਂ ਜੀ ਲੋਹ ਲੰਗਰ ਦੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ 1200 ਏਕੜ ਜ਼ਮੀਨ ਸੀਗੀ, ਉਹਨਾਂ ਨੂੰ ਉਸ ਜ਼ਮੀਨ ਤੱਕ ਨੂੰ ਵੇਚਣ ਲੱਗ ਗਏ ਨੇ ਕੋਲੋਨਾਈਜ਼ਰ। ਗੁਰੂ ਨੂੰ ਨਹੀਂ ਛੱਡਿਆ ਹੈ, ਗੁਰੂ ਨੂੰ ਨਹੀਂ ਛੱਡਿਆ। ਅਸੀਂ ਜਿਹਦੀ ਮਾਲਕੀ ਹੋਈ ਨਹੀਂ ਸੀਗੀ ਇਹਨਾਂ ਕੋਲ। ਔਰ ਉਸ ਤੋਂ ਬਾਅਦ ਜਦੋਂ ਸਾਡੇ ਲੋਕ ਨੁਮਾਇੰਦੇ ਉਸ ਜਗ੍ਹਾ 'ਤੇ ਜਾਂਦੇ ਨੇ ਕਾਰਵਾਈ ਵੇਲੇ, ਉਹ ਕਹਿੰਦੇ ਨੇ ਕਿ ਮੋਤਬਰ ਬੰਦਿਆਂ ਨੇ ਸਾਡੀ ਇਹ ਪਲਾਟ ਵੇਚ ਦਿੱਤੇ। ਜਿਹੜੇ ਲੋਹ ਲੰਗਰ ਦੀ ਜ਼ਮੀਨ ਵੇਚਣ ਵਾਲੇ ਅਸੀਂ ਡੰਕੇ ਦੀ ਚੋਟ 'ਤੇ ਕਹਿੰਦੇ ਹਾਂ ਕਿ ਉਹ ਠੱਗ ਨੇ, ਮੋਤਬਰ ਨਹੀਂ। ਇਹ ਅੱਖਾਂ ਖੋਲ੍ਹਣ ਸਿਆਸਤਦਾਨ ਕਿ ਜਿਨ੍ਹਾਂ ਨੂੰ ਮੋਤਬਰ ਬਣਾ ਕੇ ਆਪਦੇ ਨਾਲ ਤੋਰੀ ਫਿਰਦੇ ਨੇ ਜੀ। ਤੇ ਕੀ ਲੱਗਦਾ ਨਹੀਂ ਜੀ, ਚਲੋ ਕਾਫੀ ਸਮਾਂ ਵੀ ਬਹੁਤ ਹੋ ਗਿਆ, ਥੋੜਾ ਸਮਾਂ ਹੋਰ ਲਵਾਂਗੇ। ਕਲੋਨੀਆਂ ਕੱਟੀਆਂ ਗਈਆਂ, ਸਾਰਾ ਕੁਝ ਹੋ ਗਿਆ। ਜਿਹੜਾ ਬਿਜਲੀ ਬੋਰਡ ਆ, ਕੀ ਲੱਗਦਾ ਕਿ ਉਹ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਨਹੀਂ ਸਮਝਦਾ? ਕਿਉਂਕਿ ਜੇ ਉੱਥੇ NOC ਨਹੀਂ ਹੈਗੀ ਤਾਂ ਉਹ ਮੀਟਰ ਵੀ ਜਿਹੜੇ ਇਨਲੀਗਲ ਲੱਗ ਰਹੇ ਨੇ, ਉਹ ਮੀਟਰ ਵੀ ਲਗਾਈ ਜਾ ਰਹੇ ਨੇ, ਤੇ ਉਧਰੋਂ ਮਤਲਬ ਇੱਧਰੋਂ ਕਲੋਨੀ ਵੀ ਬਣ ਗਈ, ਮਕਾਨ ਵੀ ਬਣ ਗਿਆ, ਤੇ ਜਿਹੜਾ ਮੀਟਰ ਆ ਉੱਥੇ ਆ ਕੇ ਫੇਰ ਉਹ ਵੀ ਲਾਈ ਜਾਂਦੇ ਨੇ। ਇਹ ਵੀ ਮਤਲਬ ਕਰਪਸ਼ਨ ਦਾ ਹਿੱਸਾ ਬਣ ਗਿਆ। ਜਦੋਂ ਸਿਆਸਤਦਾਨ ਕਿਸੇ ਗਲਤ ਕੰਮ ਨੂੰ, ਚਾਹੇ ਉਹ ਕੋਲੋਨਾਈਜ਼ਰ ਹੈਗਾ, ਉਹਨੂੰ ਗੈਰ ਕਾਨੂੰਨੀ ਕਲੋਨੀ ਬਣਾਉਣ ਵਾਲਾ, ਉਹਨੂੰ ਸਿਆਸੀ ਪੁਸਤ ਪਨਾਹੀ ਦੇਣ ਲੱਗ ਜਾਵੇ ਤਾਂ ਇਨਸਾਫ ਨਹੀਂ ਮਿਲ ਸਕਦਾ। ਇੱਥੇ ਤੱਕ ਹੋ ਗਿਆ। ਅਕਾਲੀ ਗੌਰਮੈਂਟ ਵੇਲੇ ਤੁਹਾਨੂੰ ਵੀ ਪਤਾ ਹੈਗਾ ਕਿ ਪੁਲਿਸ ਥਾਣੇ ਔਰ ਇਹਨਾਂ ਦਾ ਸਿਆਸੀਕਰਨ ਹੋ ਗਿਆ ਸੀਗਾ। ਔਰ ਜਿਹੜੇ DSP ਲੈਵਲ ਦੇ ਇੱਕ ਏਰੀਆ ਡਿਵੀਜ਼ਨ ਹੁੰਦੀ ਹੈ, ਸਬ ਡਿਵੀਜ਼ਨ DSP ਦੇ ਅੰਡਰ, ਉਹ ਪਹਿਲਾਂ ਕਈ 2 ਜਾਂ 3 ਵਿਧਾਇਕਾਂ ਦੇ ਅੰਡਰ ਆਉਂਦੀ ਹੁੰਦੀ ਸੀ। ਵਿਧਾਇਕਾਂ ਨੇ ਆਪਦੇ ਹਿਸਾਬ ਨਾਲ ਜਿੰਨਾ ਉਹਨਾਂ ਦਾ ਵਿਧਾਨ ਸਭਾ ਏਰੀਆ ਪੈਂਦਾ ਸੀਗਾ, ਉਹਦੇ ਹਿਸਾਬ ਨਾਲ DSP ਲਗਵਾ ਲਏ ਸੀਗੇ ਕਿ DSP ਸਾਡੇ ਮੁਤਾਬਕ ਹੀ ਕੰਮ ਕਰੂਗਾ। ਇੱਥੇ ਹੁਣ ਕੀ ਹੋਇਆ, ਨਗਰ ਨਿਗਮ ਦੇ ਵਿੱਚ ਪਿਛਲੇ ਹਫਤੇ ਇੱਕ ਆਰਡਰ ਦੇਖਿਆ ਕਿ ਜਿਹੜਾ ATP ਜ਼ੋਨ ਵਾਈਜ਼ ਨਾ ਲੱਗ ਕੇ ਵਿਧਾਇਕ ਦੇ ਏਰੀਏ ਦੇ ਮੁਤਾਬਕ ਲੱਗਣ ਲੱਗ ਗਏ ਨੇ। ਇੱਕੋ ਹੀ ਜ਼ੋਨ ਦੇ ਵਿੱਚ 2 ATPਆਂ ਕੋਲ ਬਲਾਕ ਵਾਈਜ਼ ਚਾਰਜ ਹੋਣ ਲੱਗ ਗਿਆ। ਜਿੰਨੇ ਬਲਾਕ ਇੱਕ ਵਿਧਾਇਕ ਦੇ ਅੰਡਰ ਪੈਂਦੇ ਨੇ, ਉੱਥੇ ਉਸ ਵਿਧਾਇਕ ਦੀ ਮਰਜ਼ੀ ਦਾ ATP, ਜਿਹੜੇ ਦੂਜੇ ਵਿਧਾਇਕ ਦੇ ਅੰਡਰ ਪੈਂਦੇ ਨੇ ਬਲਾਕ, ਉਸੇ ਜ਼ੋਨ ਦੇ ਵਿੱਚ ਉੱਥੇ ATP ਦੂਸਰਾ, ਉਹਨੂੰ ਚਾਰਜ ਦੂਜਾ ਦੇ ਦਿੱਤਾ ਗਿਆ। ਇਹ ਸਿਆਸੀਕਰਨ ਹੋ ਰਿਹਾ। ਖਹਿਰਾ ਸਾਹਿਬ, ਆਖਰ ਦੇ ਵਿੱਚ
ਇਹ ਸਾਰਾ ਜਿਹੜਾ ਕੰਮ ਹੋ ਰਿਹਾ ਵਾ ਇਹ ਕਿੱਦਾਂ ਸੁਧਰ ਸਕਦਾ? ਕਿ ਲੱਗਦਾ ਵੀ ਜ਼ਿੰਦਗੀ 'ਚ ਕਦੇ ਇਹ ਸੁਧਰੂਗਾ, ਜਾਂ ਕੋਈ ਸਰਕਾਰ ਇਦਾਂ ਦੀ ਆਊਗੀ ਜਾਂ ਕੋਈ ਨੁਮਾਇੰਦੇ ਇਦਾਂ ਦੇ ਆਉਣਗੇ ਜਿਹੜੇ ਇਸ ਚੀਜ਼ ਨੂੰ ਸੁਧਾਰ ਦੇਣਗੇ, ਜਾਂ ਲੋਕਾਂ ਦੀ ਜਿਹੜੀ ਹੁੰਦੀ ਲੁੱਟ ਖਸੁੱਟ ਨੂੰ ਬਚਾ ਸਕਦੇ ਨੇ? ਇਹਦਾ ਕੋਈ ਸੰਭਾਵਨਾ ਲੱਗਦੀ ਆ ਆਉਣ ਵਾਲੇ ਸਮੇਂ 'ਚ? ਨੁਮਾਇੰਦੇ ਆਪਾਂ ਨੇ ਸਾਰਿਆਂ ਨੇ, ਸਾਰੇ ਪੰਜਾਬ ਨੇ, ਮੈਂ ਕੀ ਤੁਸੀਂ ਨੇ ਕੀ, ਸਾਰੇ ਪੰਜਾਬ ਨੇ ਇੱਕ ਬਦਲ ਦੇ ਤੌਰ 'ਤੇ ਵੋਟਾਂ ਦਿੱਤੀਆਂ ਸੀਗੀਆਂ ਪੁਰਾਣੇ ਸਿਆਸਤਦਾਨਾਂ ਤੋਂ ਤੰਗ ਹੋ ਕੇ, ਕਿ ਪੁਰਾਣਾ ਸਿਆਸੀ ਜਿਹੜਾ ਮੰਜ਼ਰ ਸੀਗਾ ਉਹ ਸਾਨੂੰ ਕਬੂਲ ਨਹੀਂ ਸੀਗਾ। ਔਰ ਸਾਰੇ ਪੰਜਾਬ ਨੇ ਇੱਕ ਕ੍ਰਾਂਤੀਕਾਰੀ ਫੈਸਲਾ ਲੈ ਕੇ ਇੱਕ ਫੈਸਲਾ ਲਿਆ ਕਿ ਨਵਿਆਂ ਨੂੰ ਵੋਟਾਂ ਦੇਵਾਂਗੇ। ਪਰ ਨਵੇਂ ਉਦੋਂ ਵੀ ਮਾੜਾ ਪਰਫਾਰਮੈਂਸ ਕਰ ਰਹੇ ਨੇ ਗਰਾਊਂਡ ਦੇ ਉੱਤੇ। ਚੰਡੀਗੜ੍ਹ ਬੈਠਿਆਂ ਦੀ ਮਨਸ਼ਾ ਬਹੁਤ ਵਧੀਆ ਹੈਗੀ ਹੈ ਔਰ ਹੋ ਵੀ ਸਕਦੀ ਹੈ, ਅਤੇ ਮੰਨ ਵੀ ਲੈਂਦੇ ਹਾਂ ਕਿ ਵਧੀਆ ਹੋਊਗੀ, ਪਰ ਜ਼ਿਲ੍ਹਾ ਲੈਵਲ 'ਤੇ ਜਾਂ ਵਿਧਾਨ ਸਭਾ ਲੈਵਲ 'ਤੇ ਬਹੁਤ ਗੰਦ ਪੈ ਰਿਹਾ ਹੈ, ਬਹੁਤ ਨਿਰਾਸ਼ਾ ਹੋ ਰਹੀ ਹੈ। ਔਰ ਜੋ ਹੋ ਰਿਹਾ ਉਹ ਸੋਚਿਆ ਨਹੀਂ ਸੀ। ਔਰ ਆਸ ਜਬ ਤੱਕ ਸਾਸ ਤਬ ਤੱਕ ਆਸ, ਲੜਾਈ ਲੜ ਰਹੇ ਹਾਂ, ਲੜਾਈ ਲੜਾਂਗੇ ਔਰ ਆਸ਼ਾ ਰੱਖਦੇ ਹਾਂ ਕਿ ਚੰਗਾ ਮਾਹੌਲ ਮਿਲੂਗਾ ਜੀ। ਸੋ ਇਹ ਸਨ ਜੀ ਕੁਲਦੀਪ ਸਿੰਘ ਖਹਿਰਾ, ਜਿਹੜੇ ਆਰਟੀ ਐਕਟਿਵਿਸਟ ਨੇ। ਸੋ ਇਹ ਜਿਹੜੇ ਨੇ ਹਰ ਜਿਹੜੀ ਕਲੋਨੀਆਂ ਨੇ ਉਹਨਾਂ 'ਤੇ ਨਜ਼ਰ ਵੀ ਰੱਖਦੇ ਨੇ, ਅਤੇ ਸਮੇਂ-ਸਮੇਂ 'ਤੇ ਜਿਹੜੀ ਕਾਰਵਾਈ ਕਰਵਾਉਣ ਵਾਲੀ ਆ ਉਹ ਵੀ ਕਰਵਾਉਂਦੇ ਰਹਿੰਦੇ ਨੇ। ਬਾਕੀ ਤੁਸੀਂ ਜਿਸ ਤਰ੍ਹਾਂ ਸੁਣਿਆ ਹੀ ਹੈ ਇਹਨਾਂ ਤੋਂ ਕਿ ਕਿਸ ਤਰ੍ਹਾਂ ਜਿਹੜੀ ਆ ਸਾਡੀ ਬਿਊਰੋਕ੍ਰੇਸੀ ਆ, ਜਾਂ ਜਿਸ ਤਰ੍ਹਾਂ ਸਾਡੇ ਡਿਪਾਰਟਮੈਂਟ ਨੇ, ਜਾਂ ਜਿਹੜੀ ਨਵੀਆਂ ਸਰਕਾਰਾਂ ਨੇ, ਜਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ, ਉਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਅਤੇ ਕਿਸ ਤਰ੍ਹਾਂ ਉਹ ਜਿਹੜੀਆਂ ਇਹਨਾਂ ਨੂੰ ਆਪਣੇ ਜਿਹੜੇ ਸਾਂਚੇ 'ਚ ਢਾਲਦੀਆਂ ਨੇ, ਕਿਸ ਤਰ੍ਹਾਂ ਆਪਣੇ ਨੇੜੇ ਲਿਆਉਂਦੀਆਂ ਨੇ, ਕਿਸ ਤਰ੍ਹਾਂ ਇਹਨਾਂ ਤੋਂ ਜਿਹੜਾ ਇਹ ਕਰਪਸ਼ਨ ਦੇ ਵਿੱਚ ਜਿਹੜਾ ਵਾ ਕੰਮ ਕਰਾਉਂਦੀਆਂ ਨੇ। ਬਾਕੀ ਉਹਨਾਂ ਨੇ ਕਿਹਾ ਵੀ ਉਮੀਦ ਜ਼ਰੂਰ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਇੱਦਾਂ ਨਹੀਂ, ਜਾਂ ਕੁਛ ਨੁਮਾਇੰਦੇ ਕੁਛ ਇੱਦਾਂ ਦੇ ਆਉਣਗੇ ਜਿਹੜੇ ਕਿ ਇਸ ਚੀਜ਼ ਦੇ ਉੱਤੇ ਜਿਹੜੀ ਆ ਠੱਲ ਜ਼ਰੂਰ ਪਾਉਣਗੇ। ਅਤੇ ਬਾਕੀ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੇ ਆ ਸਾਡੇ ਵੱਲੋਂ ਜਿਹੜੀ ਇਹ ਲੜਾਈ ਆ ਲਗਾਤਾਰ ਜਾਰੀ ਆ, ਅਤੇ ਅਸੀਂ ਆਖਰੀ ਸਵਾਸ ਤੱਕ ਜਿਹੜੇ ਆ ਇਹ ਲੜਾਈ ਜ਼ਰੂਰ ਲੜਦੇ ਰਹਾਂਗੇ। ਸੋ ਬਾਕੀ ਬਣੇ ਰਹੋ ਤੁਸੀਂ ਸਾਡੇ ਨਾਲ, ਇੱਦਾਂ ਦੇ ਹੋਰ ਮੁੱਦਿਆਂ ਦੇ ਲਈ ਜਾਂ ਹੋਰ ਜਿਹੜੀ ਜਾਣਕਾਰੀਆਂ ਨੇ ਉਹਨਾਂ ਦੇ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾ ਪਰਸਨ ਬਲਵੀਰ ਮੰਟੀ ਨਾਲ ਨੀਰਜ ਕੁਮਾਰੀ ਰਿਪੋਰਟ, ਨਿਰਪੱਖ ਪੋਸਟ ਲੁਧਿਆਣਾ।